बिस्मिल्लाहिर्रहमानिर्रहीम अस्सलामुअलैकुम। दोस्तों, आज एक फ़ार्म के ऊपर आए हैं। तो आज सैलज के बारे में हम इंशाल्लाह आपको पूरी जो मालूमात है वो देंगे। हमारे साथ फार्मर मौजूद हैं, तो उनसे बात करते हैं कि कितने जानवरों के लिए कितना सैलज, कितनी जगह, उसके कितनी देर वो हम खिला सकते हैं, कितना ख़र्चा आएगा एक मन का, यानी कि 40 किलो का। पूरी तफसील के साथ हम उनसे बात करेंगे। तो अस्सलाम वालेकुम अहमद भाई। वालेकुम सलाम। अच्छा अहमद भाई, तुसी पहले सैलज बनाया? बिल्कुल बनाया। अच्छा, किन्ने जानवरां ਦਾ ਤੁਸੀਂ ਸੈਲਜ ਬਣਾਇਆ? ਸਾਨੂੰ ਥੋੜਾ ਤਫਸੀਲੀ ਜਿਹੜੀ ਹੈ ਨਾ ਉਹਦੀ ਮਾਲੂਮਾਤ ਚਾਹੀਦੀ ਹੈ। ਮੈਂ 3 ਏਕੜ ਦਾ ਬਣਾਇਆ ਸੀ। ਉਹ ਤਕਰੀਬਨ 25-30 ਮੇਰੇ ਕੋਲ ਜਾਨਵਰ ਸੀ ਵੱਡੇ, ਉਹਨਾਂ ਵਾਸਤੇ। ਯਾਨੀ ਕਿ ਜਿਹੜੀ ਮਕਈ ਆ, ਮਕਈ ਤੁਸੀਂ ਕਾਸ਼ਤ ਕੀਤੀ ਸੀ 3 ਏਕੜ ਔਰ ਤੁਹਾਡੇ ਕੋਲ 30 ਜਾਨਵਰ ਸੀ ਜੀ। ਅੱਛਾ, ਮਕਈ ਇਹਦੇ ਵਾਸਤੇ ਕੋਈ ਸਪੈਸ਼ਲ ਬੀਜ ਇਸਤੇਮਾਲ ਕਰਨਾ ਪੈਂਦਾ ਜਾਂ ਤੁਸੀਂ ਜਿਹੜਾ ਆਮ ਜਿਹੜਾ ਮਰਜ਼ੀ ਬੀਜ ਇਹਦੇ ਵਾਸਤੇ ਇਸਤੇਮਾਲ ਕਰ ਸਕਦੇ ਹੋ ਜਾਂ ਹਾਈਬ੍ਰਿਡ ਵਗੈਰਾ ਕਰਨਾ ਪੈਂਦਾ? ਸੈਲੇ ਦਾ ਮਕਸਦ ਇਹ ਆ ਕਿ ਵੀ ਮੱਕੀ ਤੁਹਾਡੀ ਅੱਛੀ ਕੁਆਲਿਟੀ ਦੀ ਹੋਵੇ, ਔਰ ਵਿੱਚ ਛੱਲੀ ਦੀ ਮਕਦਾਰ ਜ਼ਿਆਦਾ ਹੋਵੇ, ਦਾਣੇ ਦੀ ਮਕਦਾਰ ਜ਼ਿਆਦਾ ਹੋਵੇ, ਜਿਹਨਾਂ ਬੈਨੀਫਿਟ ਜਾਨਵਰ ਨੂੰ ਮਿਲਣਾ ਜੀ। ਦੂਸਰੀ ਗੱਲ ਰਹਿ ਗਈ ਹੈ ਕਿ ਤੁਸੀਂ ਅਗਰ ਲੋਕਲ ਬੀਜ ਜਾਂ ਹਲਕਾ ਬੀਜ ਇਸਤੇਮਾਲ ਕਰੋਗੇ, ਉਹ ਸੈਲੇ ਦਾ ਵਜ਼ਨ ਵੀ ਘੱਟ ਬਣੇਗਾ ਔਰ ਇਫਾਦੀਅਤ ਵੀ ਘੱਟ ਹੋਏਗੀ, ਔਰ ਜਾਨਵਰ ਨੂੰ ਫਾਇਦਾ ਵੀ ਉਹਦਾ ਘੱਟ ਹੋਏਗਾ। ਸਿੰਜੈਂਟਾਂ ਦੇ ਬੀਜ ਨੇ ਕਾਫੀ 6500-7000 ਦੀ ਥੈਲੀ ਮਿਲਦੀ ਆ, ਉਹ ਕਾਸ਼ਤ ਕਰੋ ਤੁਸੀਂ, ਉਹਦੇ 'ਚ ਵਜ਼ਨ ਵੀ ਜ਼ਿਆਦਾ ਨਿਕਲੇਗਾ, ਛੱਲੀ ਦਾ ਦਾਣੇ ਦਾ ਮਕਦਾਰ ਵੀ ਜ਼ਿਆਦਾ ਹੋਏਗੀ। यानी कि अच्छे तो अच्छा बीज हाईब्रिड और ਜਿਹੜਾ ਜਾਨੀ ਕਿ ਜ਼ਿਆਦਾ ਪੈਦਾਵਾਰ, ਜਿਹਦਾ ਵਜ਼ਨ ਜ਼ਿਆਦਾ ਹੋਏਗਾ। ਅੱਛਾ, ਤੇ ਇਹ ਜਿਹੜਾ ਤੁਸੀਂ ਕਿਸ ਸਟੇਜ 'ਤੇ ਜਾ ਕੇ ਉਹਨੂੰ ਮਕਈ ਨੂੰ ਕੱਟਦੇ ਹੋ? ਯਾਨੀ ਕਿ ਇੱਕ ਤਾਂ ਹੁੰਦੀ ਹੈ ਜਦੋਂ ਛੱਲੀ ਦੁੱਧ 'ਚ ਹੋ ਜਾਂਦੀ ਹੈ ਜਾਂ ਛੱਲੀ ਜਦੋਂ ਤਿਆਰ ਹੋ ਜਾਂਦੀ ਆ, ਉਦੋਂ ਜਾ ਕੇ ਇਹ ਜ਼ਰਾ ਦੱਸਣਾ। ਛੱਲੀ ਨਾ ਦੁੱਧ ਹੀ ਹੋਵੇ ਨਾ ਪੱਕੀ ਹੋਵੇ, ਕ੍ਰੈਸ਼ ਹੋ ਜਾਵੇ, ਜਿਹੜੀ ਕ੍ਰੈਸ਼ ਹੋ ਜਾਵੇ, ਠੀਕ ਹੋ ਗਿਆ। ਯਾਨੀ ਕਿ 3 ਮਹੀਨੇ ਦੀ ਤਕਰੀਬਨ ਫਸਲ ਜਿਹੜੀ ਆ, ਉਹ ਮੇਰਾ ਖਿਆਲ ਆ 80 ਕੁ ਦਿਨ ਦੀ 3 ਮਾਹ ਦੀ ਮੁਕੰਮਲ ਹੀ ਫਸਲ ਆ। 3 ਮਾਹ ਦੀ ਤਕਰੀਬਨ ਮੁਕੰਮਲ ਫਸਲ। ਵੈਸੇ ਛੱਲੀ ਪਕਾਈ ਹੈ ਤੇ 100 ਦਿਨ ਤੋਂ ਟੱਪ ਵੀ ਜਾਂਦੀ ਹੈ। ਯਾਨੀ ਕਿ ਛੱਲੀ ਨਾ ਨਰਮ ਹੋਵੇ ਤੇ ਨਾ ਸਖਤ ਹੋਵੇ, ਜਿਵੇਂ ਆਪਾਂ ਛੱਲੀ ਭੁੰਨਵੀਂ ਨਮਕ 'ਚ ਖਾਣੀ ਪਸੰਦ ਕਰਦੇ ਨਰਮ, ਉਸ ਟਾਈਪ ਦੀ ਛੱਲੀ ਹੋਵੇ। ਠੀਕ ਹੋ ਗਿਆ, ਠੀਕ। ਅੱਛਾ, ਤੇ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਅਗਰ 1 ਏਕੜ ਉਹਦੇ ਤੋਂ ਉਹਦੇ ਤੋਂ ਬੀਜ ਦਾ ਖਰਚਾ, ਠੇਕਾ, ਸਾਰਾ ਇੱਕ ਮੋਟਾ ਜਿਹਾ ਸਾਨੂੰ ਇੱਕ ਲਮਸਮ ਯਾਨੀ ਕਿ ਇੱਕ ਅੰਦਾਜ਼ਾ ਤੁਸੀਂ ਦੱਸੋ ਕਿ 1 ਏਕੜ 'ਚੋਂ ਕਿੰਨਾ ਖਰਚਾ ਕਰਕੇ ਕਿੰਨੇ ਮਨ ਸੈਲਜ ਅਸੀਂ ਹਾਸਲ ਕਰ ਸਕਦੇ? ਤੁਸੀਂ 1 ਏਕੜ ਅੱਛਾ ਕੁਆਲਿਟੀ ਵਾਈਜ਼ ਏਕੜ ਆ, ਤੁਹਾਨੂੰ 40,000 ਨੂੰ ਠੇਕਾ ਮਿਲੇਗਾ ਆਪਣੇ ਇਲਾਕੇ ਦੇ ਮੁਤਾਬਕ। ਉਹਦੇ ਵਿੱਚ ਤੁਸੀਂ 2 ਥੈਲੇ DAP ਫਲੱਡ ਆਪਣੇ ਨੀਚੇ ਪਾ ਦੇਣੇ ਆ ਤਿਆਰੀ ਦੇ ਵਕਤ, ਉੱਪਰ 2 ਤੁਹਾਨੂੰ ਯੂਰੀਆ ਫਲੱਡ ਕਰਨੀ ਪੈਣੀ ਆ। 7-8 ਹਜ਼ਾਰ ਰੁਪਏ ਦੀ ਸਿੰਜੈਂਟਾ ਦੀ ਥੈਲੀ ਮਿਲੇਗੀ, ਜਾਂ ਅੱਛੀ ਦੂਸਰੀਆਂ ਮੁਖਤਲਿਫ ਕੰਪਨੀਆਂ ਵਾ, ਉਹਨਾਂ ਦਾ ਬੀਜ ਲੈ ਲਓ। ਲੈ ਕੇ ਉਹਨੂੰ ਤਿਆਰ ਕਰੋ। ਉਹਦੇ ਵਿੱਚ ਤੁਹਾਨੂੰ ਬੀਜ ਦੀ ਲਵਾਈ ਪਏਗੀ 2 ਦਫਾ। 1 ਦਫਾ ਜ਼ਹਿਰ ਮੁਨਾਸਬ ਆ, 1 ਦਫਾ ਜ਼ਹਿਰ ਵਿੱਚ ਪਾ ਦਿਓ ਇਹਨਾਂ ਦੀ ਕੁੰਪਲਾਂ ਦੇ ਵਿੱਚ। 1-2 ਸਪਰੇਵਾਂ ਵਾ, ਉਹ ਕਰਵਾ ਦਿਓ। ਅਤੇ ਕਰਵਾ ਕੇ ਤਕਰੀਬਨ ਤੁਹਾਨੂੰ 40,000 ਰੁਪਏ ਠੇਕਾ ਵਾ, ਤਕਰੀਬਨ 30-40,000 ਰੁਪਏ ਉੱਪਰ ਐਕਸਪੈਂਸਿਸ ਆ ਜਾਣੇ। ਯਾਨੀ ਕਿ 80,000 ਰੁਪਏ ਦੇ ਵਿੱਚ 1 ਏਕੜ ਤਿਆਰ ਹੋ ਜਾਏਗਾ। ਔਰ ਜਦੋਂ ਬਹੁਤ ਆਲਾ ਕੁਆਲਿਟੀ ਦਾ, ਬਹੁਤ ਆਲਾ ਕੁਆਲਿਟੀ ਦਾ, ਠੀਕ ਹੋ ਗਿਆ। ਅੱਛਾ, ਹੁਣ 1 ਏਕੜ ਅਸੀਂ ਤਿਆਰ ਕਰ ਲਿਆ, ਉਹਨੂੰ ਕਟਵਾ ਕੇ ਹੁਣ ਜਿਹੜਾ ਉਸ ਤੋਂ ਅਗਲਾ ਪ੍ਰੋਸੈਸ ਸ਼ੁਰੂ ਹੋਏਗਾ, ਉਹਨੂੰ ਕਟਵਾਉਣਾ, ਇਕੱਠਾ ਕਰਵਾਉਣਾ, ਕੁਤਰਨਾ, ਸੈਲਜ ਬਣਾਉਣਾ, ਉਹ ਕੀ ਪ੍ਰੋਸੈਸ ਹੈ? ਜ਼ਰਾ ਉਹਦੇ ਬਾਰੇ ਤਫਸੀਲ ਨਾਲ ਦੱਸੋ। ਹੁਣ ਤਾਂ ਬੜੀ ਜਨੂਬੀ ਪੰਜਾਬ 'ਚ ਵੀ ਜਿੱਦਤ ਆ ਗਈ ਆ। ਅੱਗੇ ਅੱਪਰ ਪੰਜਾਬ ਦੇ ਵਿੱਚ ਬਹੁਤ ਜਿੱਦਤ ਸੀ। ਹੁਣ ਇੱਥੇ ਮਸ਼ੀਨਾਂ ਬੜੀਆਂ ਆਲਾ ਕੁਆਲਿਟੀ ਦੀਆਂ ਆ ਗਈਆਂ। ਅੱਗੇ ਟਰੈਕਟਰ ਪਿੱਛੇ ਲੋਕ ਪਾ ਕੇ ਬਣਾਉਂਦੇ ਸੀ। ਅਸੀਂ ਉਹ ਵੀ ਫਾਰਮਰ ਦੇਖੇ ਜਿਨ੍ਹਾਂ ਨੇ ਟੋਕਾ ਮਸ਼ੀਨ 'ਤੇ ਵੀ ਸੈਲੇ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਬਣਾਇਆ, ਔਰ ਅੱਜ ਅਲਹਮਦੁਲਿਲਾ ਕਾਮਯਾਬ ਆ। ਅਤੇ ਹੁਣ ਉਹਨਾਂ ਨੇ ਜਦੀਦ ਜਿੱਦਤ ਦੇ ਮੁਤਾਬਕ ਮਸ਼ੀਨਾਂ ਲੈ ਲਈਆਂ। ਇੱਕ ਹਾਰਵੈਸਟਰ ਹੁਣ ਆਈ ਆ, 10,000 ਰੁਪਏ ਤਕਰੀਬਨ ਮੇਰਾ ਖਿਆਲ ਲੈਂਦੀ ਆ। ਲੈ ਕੇ ਤੁਹਾਨੂੰ ਉਹ ਵੱਢਦੀ ਵੀ ਆ ਅਤੇ ਉਹਨੂੰ ਕਰੈਸ਼ ਵੀ ਕਰ ਦਿੰਦੀ ਆ, ਬਣਾ ਦਿੰਦੀ ਆ, ਅਤੇ ਤੁਹਾਡੇ ਫਾਰਮ 'ਤੇ ਤੁਹਾਨੂੰ ਪਹੁੰਚਾ ਵੀ ਦਿੰਦੀ ਆ। 10-12,000 ਰੁਪਏ ਪਰ ਏਕੜ। ਤੋ ਦੋਸਤੋ, ਇਹ ਤੁਸੀਂ ਸੁਣ ਸਕਦੇ ਹੋ ਅਹਿਮਦ ਭਾਈ ਦੀ ਗੱਲ ਕਿ ਅਗਰ ਤੁਸੀਂ 1 ਏਕੜ ਜਿਹੜਾ ਨਾ ਤੁਹਾਡੀ ਮਕਈ ਤਿਆਰ ਹੋ ਗਈ, 80,000 ਰੁਪਏ ਤੁਹਾਡਾ ਖਰਚਾ ਆ ਜਾਏਗਾ ਠੇਕੇ ਸਮੇਤ। ਔਰ ਉਹਦੇ 'ਤੇ ਤੁਸੀਂ ਜਦੋਂ ਨਾ ਉਹਨੂੰ ਹਾਰਵੈਸਟਰ ਟਾਈਪ ਇੱਕ ਮਸ਼ੀਨ ਆਏਗੀ, ਉਹ ਮੱਕੀ ਵੱਢੇਗੀ ਵੀ, ਉਹਨੂੰ ਉਹਦਾ ਕਰੈਸ਼ ਵੀ ਕਰੇਗੀ ਔਰ ਉਹਨੂੰ ਇੱਕ ਜਗ੍ਹਾ 'ਤੇ ਤੁਹਾਨੂੰ ਇਕੱਠਾ ਕਰਕੇ ਦੇ ਦੇਗੀ। ਅੱਛਾ, ਤੇ ਇਹਦੇ ਉੱਪਰ ਹੋਰ ਕੋਈ ਕੈਮੀਕਲ, ਕੋਈ ਸ਼ੀਰਾ ਵਗੈਰਾ ਜਾਂ ਇੱਦਾਂ ਦੀਆਂ ਕੋਈ ਚੀਜ਼ਾਂ ਪੈਂਦੀਆਂ ਨੇ? ਇਹਦੇ ਉੱਪਰ ਕੋਈ ਚੀਜ਼ ਨਹੀਂ ਪੈਂਦੀ। ਇੱਕ ਸਪਰੇਅ ਮਿਲਦੀ ਆ। ਅਗਰ ਉਹ ਤੁਸੀਂ ਇਹਨੂੰ ਸੈਲੇ ਦੇ ਉੱਪਰ ਉਹ ਕਰ ਦਿਓ, ਕੁਛ ਏਕੜਾਂ ਦੇ ਉੱਤੇ ਮਕਦਾਰ ਮੈਨੂੰ ਜਿਹੜੀ ਹੈ ਇਹਦੀ ਪੱਕੀ ਦਾ ਨਹੀਂ ਪਤਾ, ਲੇਕਿਨ ਉਹ ਸਪਰੇਅ ਮਿਲਦੀ, ਉਹ ਕਰ ਦਿਓ ਤਾਂ ਉਹਦੇ ਵਿੱਚ ਐਸੇ ਬੈਕਟੀਰੀਆ ਪੈਦਾ ਹੁੰਦੇ ਆ ਜਿਹੜੇ ਤੁਹਾਡਾ ਸੈਲੇ 10 ਦਿਨ ਬਾਅਦ ਤਿਆਰ ਕਰ ਦਿੰਦੇ ਆ। 10 ਦਿਨ ਬਾਅਦ? ਅੱਛਾ, 1 ਏਕੜ ਦਾ ਤੁਸੀਂ ਹੁਣ ਜਦੋਂ ਤਿਆਰ ਕੀਤਾ, 80,000 ਰੁਪਏ ਸਾਡਾ ਫਸਲ 'ਤੇ ਖਰਚਾ ਆ ਗਿਆ ਸਾਰਾ ਪਾ ਕੇ, 10 ਤੋਂ 15,000 ਦੂਸਰਾ ਖਰਚਾ ਆ ਗਿਆ ਕਟਾਈ ਦਾ।
ਉਸ ਤੋਂ ਉੱਪਰ ਐਕਸਪੈਂਸ ਕਿੰਨਾ ਆ ਜਾਏਗਾ ਸਾਡਾ, ਕਿੰਨਾ ਖਰਚਾ ਆ ਜਾਏਗਾ? ਤਕਰੀਬਨ 80-85 ਹਜ਼ਾਰ ਰੁਪਏ ਕਿੱਲਾ ਫਾਈਨਲ ਹੋ ਜਾਏਗਾ, ਸੈਲਜ ਬਣ ਜਾਏਗਾ। ਅੱਛਾ, ਤੇ ਕਿੰਨੇ ਮਣ ਬਣ ਸਕਦਾ ਜਿਹੜਾ ਫੁੱਲ, ਜਿਹਦਾ ਤੁਸੀਂ ਯਾਨੀ ਕਿ 85 ਤੋਂ 90 ਹਜ਼ਾਰ ਰੁਪਏ ਜਾਂ 85 90 ਹਜ਼ਾਰ, ਉਹਦੇ ਅੰਦਰ ਕਿੰਨੇ ਮਣ ਸੈਲਜ ਅਸੀਂ ਹਾਸਲ ਕਰ ਸਕਦੇ ਹਾਂ? 350-400 ਮਣ, ਯਾਨੀ ਕਿ 350 ਤੋਂ 400 ਮਣ ਤੱਕ ਅਸੀਂ ਜਿਹੜਾ ਸੈਲਜ ਹਾਸਲ ਕਰ ਸਕਦੇ ਹਾਂ ਤੇ ਆਪਣੇ ਇਲਾਕੇ ਦੇ ਹਿਸਾਬ ਨਾਲ। ਅੱਛਾ, ਤੇ ਦੂਜੇ ਨੰਬਰ ਤੇ ਤੁਸੀਂ ਇਹ ਅੰਦਾਜ਼ਾ ਲਾਇਆ ਕਿ ਤੁਹਾਨੂੰ ਤੂੜੀ ਸੌਣ ਅੱਜ ਕੱਲ੍ਹ ਜਿੱਦਾਂ ਤੂੜੀ ਦਾ ਰੇਟ ਚੱਲਦਾ ਪਿਆ, ਮੇਰਾ ਖਿਆਲ ਹੈ ਕਿ ਅੱਜ ਕੱਲ੍ਹ ਜਿਹੜਾ ਫਰੈਸ਼ ਰੇਟ ਆ ਨਾ ਉਹ 300 ਦੇ ਕਰੀਬ ਆ ਮਣ 40 ਕਿਲੋ, ਬਲਕਿ 300 ਪਲੱਸ ਹੋ ਜਾਏਗਾ ਖਰਚੇ ਪਾ ਕੇ। ਸੈਲਜ ਸਸਤਾ ਪਏਗਾ ਜਾਂ ਤੁਹਾਨੂੰ ਤੂੜੀ ਸਸਤੀ ਪਏਗੀ? ਸੈਲਜ ਸਸਤਾ ਪੈ ਰਿਹਾ। ਕਿੰਨਾ ਕੁ ਸਸਤਾ ਪੈ ਜਾਏਗਾ? ਕਾਫੀ ਸਸਤਾ ਪੈ ਰਿਹਾ। ਤੁਸੀਂ ਅਗਰ ਆਪ ਦੀ ਜ਼ਮੀਨ ਠੇਕੇ ਲੈ ਕੇ ਬਣਾਓਗੇ, ਮੇਰੇ ਖਿਆਲ ਤੁਹਾਨੂੰ 4-5 ਰੁਪਏ ਕਿਲੋ ਜਾਂ 6 ਰੁਪਏ 7 ਰੁਪਏ ਕਿਲੋ ਬਸ, ਜ਼ਿਆਦਾ 5 ਰੁਪਏ ਕਿਲੋ ਤੁਹਾਨੂੰ ਪਏਗਾ। ਹਾਂ, ਤੋ ਦੋਸਤੋ ਮੈਂ ਇਸ ਤੋਂ ਪਹਿਲੇ ਸੈਲਜ ਦੇ ਟੌਪਿਕ ਦੇ ਉੱਪਰ ਕਈ ਵੀਡੀਓ ਪਾਈਆਂ ਨੇ, ਹਾਲਾਂਕਿ ਮੈਂ ਡਾਕਟਰ ਸਾਹਿਬ ਨਾਲ ਮਸ਼ਵਰਾ ਵੀ ਕੀਤਾ ਜਿਹੜੇ ਇਸ ਚੀਜ਼ ਦੇ ਐਕਸਪਰਟਸ ਨੇ, ਉਹਨਾਂ ਨੇ ਵੀ ਸਾਨੂੰ ਉਹਦੀ ਰੇਸ਼ੋ ਇਹੀ ਦੱਸੀ ਸੀ ਕਿ ਤੁਹਾਨੂੰ 5 ਜਾਂ 6 ਜਾਂ 4 ਰੁਪਏ, ਯਾਨੀ ਕਿ ਇਲਾਕੇ ਦਾ ਹਿਸਾਬ ਹੁੰਦਾ। ਇੱਕ ਇਲਾਕੇ ਦੇ ਵਿੱਚ ਤੁਹਾਡੀ ਜਿਹੜੀ ਫਸਲ ਆ ਉਹ ਜ਼ਿਆਦਾ ਹੋ ਜਾਂਦੀ ਆ, ਇੱਕ ਇਲਾਕੇ ਦੇ ਵਿੱਚ ਤੁਹਾਡੀ ਫਸਲ ਥੋੜ੍ਹੀ ਘੱਟ ਹੋ ਜਾਂਦੀ ਹੈ। ਯਾਨੀ ਕਿ ਜਿਸ ਤਰੀਕੇ ਨਾਲ ਸਾਡੇ ਇਲਾਕੇ 'ਚ ਅੱਜ ਕੱਲ੍ਹ ਜਨੂਬੀ ਪੰਜਾਬ 'ਚ ਨਹਿਰੀ ਪਾਣੀ ਦਾ ਬੜਾ ਮਸਲਾ, ਫਸਲਾਂ ਇਸ ਤੋਂ ਕਾਫੀ ਮੁਤਾਸਰ ਹੁੰਦੀਆਂ ਨੇ ਇਸ ਵਜ੍ਹਾ ਤੋਂ। ਔਰ ਜਿਸ ਤਰੀਕੇ ਨਾਲ ਸਹੀਵਾਲ ਔਰ ਕਾੜਾ ਔਰ ਆਰਿਫ ਵਾਲਾ, ਬੂਰੇ ਵਾਲਾ, ਇੱਧਰ ਵਿਹਾੜੀ ਹੋ ਗਿਆ, ਇੱਧਰ ਜਿਹੜੇ ਪਾਣੀ ਨੇ ਬੜੇ ਅੱਛੇ ਨੇ, ਨੀਚੇ ਦੇ ਜ਼ੇਰੇ ਜ਼ਮੀਨ ਪਾਣੀ ਵੀ। ਉੱਧਰ ਜਦੋਂ ਤੁਹਾਡੇ ਨਾ ਟਨਜ ਵੱਧ ਜਾਏਗੀ, ਜਦੋਂ ਟਨਜ ਵੱਧ ਜਾਏਗੀ ਉਦੋਂ ਤੁਹਾਡੀ ਜਿਹੜੀ ਰੇਸ਼ੋ ਆ ਨਾ, ਉਹਦੀ ਐਵਰੇਜ ਕਾਸਟ ਆ ਉਹ ਕਮ ਹੋ ਜਾਏਗੀ। ਤੇ ਅਹਿਮਦ ਭਾਈ, ਜਿਹੜਾ ਤੁਸੀਂ ਇਹ ਦੱਸੋ ਕਿ ਜਿਹੜੇ ਸੈਲਜ ਇੱਕ ਦਫਾ ਤਿਆਰ ਕੀਤਾ ਉਹ ਕਿੰਨੇ ਸਾਲ ਤੱਕ ਅਸੀਂ ਨਾ ਉਹਨੂੰ ਅਗਰ ਬੈਂਕਰ 'ਚ ਰੱਖ ਕੇ ਸੇਵ ਕਰਦੇ ਹਾਂ ਇੱਕ ਸੈਂਸੀ ਤਰੀਕੇ ਨਾਲ, ਕਿੰਨਾ ਅਰਸਾ ਅਸੀਂ ਉਹਨੂੰ ਇਸਤੇਮਾਲ ਵੀ ਕਰ ਸਕਦੇ ਹਾਂ? 3 ਤੋਂ 4 ਸਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ। 3 ਤੋਂ 4 ਸਾਲ ਤੱਕ ਅਸੀਂ ਉਹਨੂੰ ਇਸਤੇਮਾਲ ਕਰ ਸਕਦੇ। ਉਦੋਂ ਉਹ ਇਲਜੀ ਵਗੈਰਾ ਔਰ ਉਹ ਲੱਗ ਜਾਂਦਾ ਜਾਲਾ ਜਿਹਾ, ਫੰਗਸ ਵਗੈਰਾ, ਉਹ ਤਾਂ ਨਹੀਂ ਲੱਗੇਗੀ? ਨਹੀਂ, ਉਹ ਨਹੀਂ ਲੱਗੇਗੀ। ਉਹਦਾ ਤਰੀਕਾ ਘਰ ਹੈ ਨਾ, ਉਹਨੂੰ ਹਵਾ ਨਾ ਲੱਗੇ ਕਿਸੇ ਤਰਫੋਂ, ਉੱਪਰ ਮੱਖੀ ਨਾ ਬੈਠੇ, ਹਵਾ ਨਾ ਲੱਗੇ, ਉਹਨੂੰ ਬਿਲਕੁਲ ਕਵਰ ਕੀਤਾ ਹੋਵੇ। ਠੀਕ ਹੋ ਗਿਆ। ਅੱਛਾ, ਤੇ ਤੁਸੀਂ ਨੈਕਸਟ ਹੁਣ ਜਿਹੜਾ ਤੁਹਾਡਾ ਆ ਰਿਹਾ ਅੱਗੋਂ ਸੀਜ਼ਨ, ਉਹ ਕਦੋਂ ਤੁਸੀਂ ਉਹਦੀ ਕ੍ਰੈਸ਼ਿੰਗ ਕਰੋਗੇ, ਕਦੋਂ ਬਣਾਓਗੇ? ਅਸੀਂ ਜਨਵਰੀ 'ਚ ਮੱਕੀ ਲਾਵਾਂਗੇ ਇਨਸ਼ਾਅੱਲਾ, ਤੇ ਜਨਵਰੀ, ਫਰਵਰੀ, ਮਾਰਚ ਦੇ ਐਂਡ ਵਿੱਚ ਅਸੀਂ ਸੈਲਜ ਤਿਆਰ ਕਰਾਂਗੇ ਇਨਸ਼ਾਅੱਲਾ। ਇਸੇ ਜਗ੍ਹਾ ਤੇ ਕਰੋਗੇ? ਹਾਂਜੀ, ਇਸੇ ਜਗ੍ਹਾ ਤੇ ਪਿਛਲੀ ਸਾਈਡ ਤੇ ਮੇਰੇ ਫਾਰਮ ਦੇ ਪਿਛਲੀ ਸਾਈਡ ਤੇ ਬੈਂਕਰ ਬਣੇ ਹੋਏ ਆ, ਉੱਥੇ ਅਸੀਂ ਇਨਸ਼ਾਅੱਲਾ ਕਰਾਂਗੇ ਸਟਾਕ ਖੁਰਾਕ। ਚਲੋ ਠੀਕ ਹੋ ਗਿਆ, ਜਦੋਂ ਤੁਸੀਂ ਕਰੋਗੇ ਸਾਨੂੰ ਜ਼ਰੂਰ ਇਨਫੋਰਮ ਕਰਨਾ, ਤੇ ਅਸੀਂ ਇਨਸ਼ਾਅੱਲਾ ਆਣ ਕੇ ਨਾ ਉਹਦੀ ਫਿਰ ਪੂਰੀ ਕਵਰੇਜ ਵੀ ਦੇਵਾਂਗੇ। ਠੀਕ ਹੈ ਸਰ, ਠੀਕ। ਓਕੇ ਸਰ, ਸ਼ੁਕਰੀਆ, ਮਿਹਰਬਾਨੀ, ਅੱਲਾ ਹਾਫਿਜ਼।